सत श्री अकाल दोस्तों, अज तुहानू एक बहुत पक्की शख्सियत केवल धालीवाल जिन्हों रंगमंच के निर्देशक वजों उसके कीते कामां लई भारत का सर्वोच्च सन्मान संगीत नाटक अकादमी पुरस्कार भारत के मानयोग राष्ट्रपति वालों प्रदान किया गया है। वो देश के सब तो वध रचनात्मक निर्देशकों विचों एक है। रंगमंच का जादू पुरुष कहाए जाने वाले इस व्यक्ति दियाँ मंच ते पेश कीतियां जांदियां काव्यक पेशकारियां ने तां उत्तरी भारत के रंगमंच नूं एक सजीव थरकण दिती है। आओ अज केवल होरां नाल असीं खुलियां गल्लां करते हैं। केवल जी, अज की मुलाकात विच साडे नाल होण दा तुहाडा बहुत बहुत शुक्रिया। मेरा सब तो पहला सवाल तुहाडे नाल ही है कि तुहाडा रंगमंच वल शुरू रुझान किवें होया ते इस पासे वल तुसीं किवें एंट्री कीती? बहुत शुक्रिया हरमीत वीरे। दरअसल है कोई उदा सोचा समझिया नहीं सीगा, क्योंकि वैसे तो मेरे पूरे खानदान च कदी कोई रंगमंच दे नाल नहीं सी जुड़िया। जट्टां दा मुंडा आ ते जदों रंगमंच वाल नूं तुरिया ते मेरे फादर साहब कहण लगे, लै जट्टां दा मुंडा होके तू मरासियां वाले काम करन लग पिया। और मेरी मां नूं भी कहा, कहंदे इहनूं समझा, इहनूं रोक कुछ, ते मां मेरी कहंदी कोई नहीं, हौली हौली समझ जाएगा। तो मैं हुण कहना हुंदा कि मैनूं 45 साल हो गए, मैं अजे तक नहीं समझिया। सो रंगमंच मैं कह लो कि 5वीं 6वीं जमात तो शुरू कर लिया सीगा, स्कूल टाइम तो ही। पर तुसीं इहदे विच पूरी तरह नाल समर्पित होएगे जदों इधर गए हैं, ते किहदी प्रेरणा नाल ते जां तुहानूं किन्हां ने लिजाया? एक्चुअली मेरी प्रेरणा मेरे टीचर ही सीगे। मैं खालसा कॉलेज सीनियर सैकेंडरी स्कूल च पढ़दा सी अमृतसर, ते उस वेले सरदार कुलदीप सिंह जिहड़े कि प्रिंसीपल सुजान सिंह होरां दे बेटे सी, सुजान सिंह होरी जिहड़े वड्डे कहानीकार ने पंजाबी दे, ते उन्हां दे ओह सानूं पंजाबी पढ़ाउंदे सी। सरदार कुलदीप सिंह उन्हां ने मैनूं क्लास दे विच एक कोई लेख पढ़न लई दित्ता। मैं पढ़िया तो कहंदे तू तो बड़ा सोहना नाटकां वाले वांगू बोलदा है, चल जाके ना नाटक दी रिहर्सल कर, उत्थे मैडम एक कराउंदे आ। उदों डॉक्टर सुप्रभा आर्या मैडम सीगे हिंदी दे साडे टीचर, ਉਹ ਨਾਟਕਾਂ ਦੀਆਂ ਰਿਹਰਸਲਾਂ ਕਰਾਉਂਦੇ ਸਕੂਲ 'ਚ। ਭਾਸ਼ਾ ਵਿਭਾਗ ਦੇ ਮੁਕਾਬਲੇ ਹੁੰਦੇ ਸੀ, ਐਜੂਕੇਸ਼ਨ ਬੋਰਡ ਦੇ ਮੁਕਾਬਲੇ ਹੁੰਦੇ ਸੀ, ਤੇ ਮੈਂ 6ਵੀਂ ਜਮਾਤ 'ਚ ਮੈਨੂੰ ਉਹਦੇ ਕੋਲ ਉਹਨਾਂ ਨੇ ਛੱਡ ਦਿੱਤਾ। ਤੇ ਬਸ ਉਹ ਜਿਉਂ ਉਹਨਾਂ ਨੇ ਮੈਨੂੰ ਉਹਨਾਂ ਕੋਲ ਛੱਡਿਆ ਤੇ ਉਦੋਂ ਬਾਅਦ ਫਿਰ ਮੈਂ ਪਿੱਛੇ ਮੁੜ ਕੇ ਨਹੀਂ ਵੇਖਿਆ। ਸਕੂਲ ਟਾਈਮ ਦੇ ਵਿੱਚ ਮੈਂ ਭਾਸ਼ਾ ਵਿਭਾਗ ਦੇ ਮੁਕਾਬਲਿਆਂ 'ਚ ਕਈ ਸਾਰੇ ਇਨਾਮ ਲੈਂਦਾ ਰਿਹਾ, ਐਜੂਕੇਸ਼ਨ ਬੋਰਡ ਦੇ ਮੁਕਾਬਲਿਆਂ ਦੇ ਵਿੱਚ। ਤੇ ਉਹ ਲਗਨ ਐਸੀ ਲੱਗੀ ਕਿ ਮੁੜ ਕੇ ਮੈਂ ਕਾਲਜ ਟਾਈਮ ਦੇ ਵਿੱਚ, ਕਾਲਜ ਤੋਂ ਬਾਅਦ ਮੈਂ ਫਿਰ ਆਪਣੇ ਕਹਿ ਲਓ ਕਿ ਜਿਵੇਂ ਗੁਰਸ਼ਰਨ ਭਾਜੀ ਨਾਲ ਜੁੜਿਆ, ਤੇ ਹੋਰ ਕਈ ਬਸ ਫਿਰ ਅਗਲੇ ਪੜਾਅ ਸੀਗੇ ਕਈ ਕਿ ਜਿਨ੍ਹਾਂ ਦੇ ਵਿੱਚ ਮੈਂ ਬੜਾ ਲੰਬਾ ਸਮਾਂ ਤੁਹਾਨੂੰ ਹੋ ਗਿਆ, 45 ਸਾਲ ਹੋ ਗਏ ਨੇ ਇਸ ਫੀਲਡ ਦੇ ਵਿੱਚ ਤੁਹਾਨੂੰ ਵਿਚਰਦਿਆਂ। ਆਪਾਂ ਸਿੱਧੇ ਹੀ ਇਸ ਗੱਲ ਤੇ ਆਉਂਦੇ ਆ ਕਿ ਹੁਣ ਤੱਕ ਤੁਸੀਂ ਕਿੰਨੇ ਨਾਟਕ ਲਿਖੇ, ਕਿੰਨੇ ਫਿਲਮਾਏ ਗਏ ਉਹਨਾਂ 'ਚੋਂ, ਤੇ ਸਿਲੇਬਸ ਦੇ ਵਿੱਚ ਕਿੰਨੇ ਲੱਗੇ, ਉਹਨਾਂ ਬਾਰੇ ਸਾਨੂੰ ਕੁਝ ਦੱਸੋ। ਉਹਦੇ ਵਿੱਚੋਂ ਸਿਲੇਬਸ ਵਿੱਚ ਤਾਂ ਬਹੁਤ ਸਾਰੇ, ਮੈਂ ਲਗਭਗ ਮੇਰੀਆਂ ਨਾ ਹੁਣ ਤੱਕ 60 ਕਿਤਾਬਾਂ ਆ ਚੁੱਕੀਆਂ ਨੇ, ਜਿਹਦੇ ਵਿੱਚ ਮੇਰੇ ਲਿਖੇ ਹੋਏ ਨਾਟਕ ਨੇ, ਮੇਰੀਆਂ ਸੰਪਾਦਿਤ ਪੁਸਤਕਾਂ ਨੇ, ਪੰਜਾਬੀ ਰੰਗਮੰਚ ਦਾ ਇਤਿਹਾਸ ਲਿਖਿਆ ਹੈ ਸਾਰਾ, ਜਿਹੜਾ ਕਿ ਲਗਭਗ 500-600 ਪੇਜ ਦੀ ਕਿਤਾਬ ਹੈ। ਉਹ ਮੈਂ 115 ਸਾਲ ਦਾ ਇਤਿਹਾਸ ਉਹਦੇ ਵਿੱਚ ਸ਼ਾਮਿਲ ਕੀਤਾ ਹੈ। ਉਹ ਹੁਣ ਹਿੰਦੀ 'ਚ ਵੀ ਕਿਤਾਬ ਆ ਗਈ ਹੈ। ਸੋ ਇੱਦਾਂ ਦੇ ਮੈਂ ਕਾਫੀ ਸਾਰੇ ਅਲੱਗ ਤਰੀਕੇ ਦੇ ਨਾਲ ਕੰਮ ਕੀਤੇ ਨੇ। ਮੇਰੇ ਨਾਟਕ ਜਿਹੜੇ ਉਹ ਐਜੂਕੇਸ਼ਨ ਬੋਰਡ ਦੀ 5ਵੀਂ ਜਮਾਤ ਵਿੱਚ ਵੀ ਲੱਗਾ ਰਿਹਾ ਮੇਰਾ ਨਾਟਕ, ਸਾਡਾ ਭਾਰਤ ਸਾਡਾ ਪਾਤਸ਼ਾਹ, ਮੇਰੇ ਖਿਆਲ ਅਜੇ ਵੀ ਲੱਗਾ ਹੈ। CBSE ਦੇ ਬੋਰਡ ਦੇ ਵਿੱਚ ਵੀ 10ਵੀਂ ਕਲਾਸ 'ਚ ਮੇਰਾ ਨਾਟਕ ਲੱਗਾ ਹੋਇਆ ਵਾ। BA ਦੇ ਵਿੱਚ ਵੀ ਮੇਰੇ ਕਿਤਾਬ ਲੱਗੀ ਹੋਈ ਹੈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ, ਤੇ MA ਦੇ ਵਿੱਚ ਵੀ ਮੇਰੀ ਕਿਤਾਬ ਲੱਗੀ ਹੋਈ ਹੈ। ਕੁਰੂਕਸ਼ੇਤਰ ਯੂਨੀਵਰਸਿਟੀ 'ਚ ਲੱਗੀ ਰਹੀ ਕਿਤਾਬ ਮੇਰੀ, ਇੱਕ ਜੰਮੂ ਯੂਨੀਵਰਸਿਟੀ ਦੇ ਵਿੱਚ ਮੇਰੀ ਕਿਤਾਬ ਲੱਗੀ। ਬਹੁਤ ਸਾਰੇ ਲੋਕਾਂ ਨੇ ਲਗਭਗ 25 ਤੋਂ ਵੱਧ MPhil ਦੇ ਥੀਸਿਸ ਮੇਰੇ ਨਾਟਕਾਂ ਬਾਰੇ ਕੀਤੇ ਗਏ ਆ। 4 ਲੋਕਾਂ ਨੇ ਮੇਰੇ ਉੱਤੇ PhD ਕੀਤੀ ਹੈ। ਸੋ ਇਸ ਤਰ੍ਹਾਂ ਇਹ ਜਿਹੜਾ ਰਿਸਰਚ ਵਰਕ ਹੈ ਮੇਰੇ ਨਾਟਕਾਂ ਤੇ ਜਾਂ ਮੇਰੇ ਕੀਤੇ ਹੋਏ ਕੰਮ ਦੇ ਉੱਤੇ, ਜਿਹੜਾ ਮੇਰਾ ਪ੍ਰੈਕਟੀਕਲ ਕੰਮ ਵੀ ਹੈ, ਮੇਰੀਆਂ ਪੇਸ਼ਕਾਰੀਆਂ ਵੀ ਨੇ, ਉਹਨਾਂ ਉੱਤੇ ਕਾਫੀ ਭਰਵੇਂ ਰੂਪ 'ਚ ਕੰਮ ਹੋਇਆ ਹੈ। ਕੇਵਲ ਜੀ, ਪੰਜਾਬੀ ਦੀਆਂ ਸਾਰੀਆਂ ਸਾਹਿਤ ਵਿਧਾਵਾਂ ਤੇ ਦਾ ਤੁਸੀਂ ਨਾਟਕੀਕਰਨ ਕੀਤਾ? ਬਿਲਕੁਲ ਬਿਲਕੁਲ। ਤੇ ਇਹਦੀ ਲੋੜ ਤੁਹਾਨੂੰ ਕਿਵੇਂ ਪਈ? ਮੈਨੂੰ ਜਾਂ ਕੀ ਜ਼ਰੂਰਤ ਸੀ ਇਹਦੀ?
ਹਾਂ ਉੱਦਾਂ ਤਾਂ ਸਾਡੇ ਕੋਲ ਓਰੀਜਨਲ ਜਿਹੜੇ ਲਿਖੇ ਹੋਏ ਪੰਜਾਬੀ ਦੇ ਬਥੇਰੇ ਸਾਰੇ ਨਾਟਕ ਹੈ ਸਾਡੇ ਕੋਲ। ਮੇਰੇ ਕੋਲ ਆਪਣੀ ਜਿਹੜੀ ਨਿੱਜੀ ਲਾਇਬ੍ਰੇਰੀ ਹੈ, ਮੇਰੇ ਕੋਲ 2,500-3 ਹਜ਼ਾਰ ਨਾਟਕ ਹੈ ਮੇਰੀ ਆਪਣੀ ਨਿੱਜੀ ਲਾਇਬ੍ਰੇਰੀ ਦੇ ਵਿੱਚ ਜਿਹੜੇ ਪੰਜਾਬੀ ਦੇ ਲੇਖਕਾਂ ਦਾ। ਸੋ ਉਸ ਤੋਂ ਇਲਾਵਾ ਮੈਨੂੰ ਲੱਗਦਾ ਸੀ ਕਿ ਜਿਹੜਾ ਕ੍ਰੀਏਟਿਵ ਬੰਦਾ ਵਾ ਉਹਨੇ ਆਪਣਾ ਐਕਸਪ੍ਰੈਸ਼ਨ ਦੇਣਾ ਹੁੰਦਾ ਵਾ, ਤੇ ਸਾਹਿਤ ਦੀ ਕੋਈ ਵੀ ਵਿਧਾ ਜਿਹੜੀ ਹੈ ਉਹਦੇ ਵਿੱਚ ਤੁਹਾਨੂੰ ਨਾਟਕੀ ਤੱਤ ਲੱਭ ਜਾਂਦੇ ਆ। ਮੈਂ ਸਭ ਤੋਂ ਪਹਿਲੇ ਤਾਂ ਮੈਂ ਜਿਹੜੀ ਪੰਜਾਬੀ ਦੀ ਪੋਇਟਰੀ ਸੀਗੀ, ਕਵਿਤਾ ਸੀ, ਮੈਂ ਉਹਦਾ ਮੰਚਨ ਕਰਨਾ ਸ਼ੁਰੂ ਕੀਤਾ। ਮੈਂ ਸ਼ਿਵ ਕੁਮਾਰ ਬਟਾਲਵੀ ਦਾ ਲੂਣਾ, ਜਿਹੜਾ ਮੈਂ ਪਿਛਲੇ ਲਗਭਗ 30-32 ਸਾਲ ਹੋ ਗਿਆ ਮੈਂ ਲੂਣਾ ਖੇਡਦਾ। ਹੁਣ ਵੀ 6 ਮਈ ਨੂੰ ਮੇਰਾ ਬਟਾਲੇ ਦੇ ਵਿੱਚ ਉਹ ਨਾਟਕ ਹੋਏਗਾ ਜਿਹੜਾ ਜਿਹਦੇ ਉੱਤੇ ਸ਼ਿਵ ਨੂੰ ਉੱਤੇ ਸਾਹਿਤ ਅਕੈਡਮੀ ਅਵਾਰਡ ਵੀ ਮਿਲਿਆ ਸੀ ਲੂਣਾ ਦੇ ਉੱਤੇ। ਸੋ ਉਹ ਅਸੀਂ ਖੇਡਦੇ ਰਹੇ, ਉਹ ਪੋਇਟਰੀ ਦੇ ਉੱਤੇ ਸੀ। ਮੈਂ ਸੁਰਜੀਤ ਪਾਤਰ ਹੋਰਾਂ ਦੀ ਪੋਇਟਰੀ ਖੇਡੀ, ਮੈਂ ਪਰਮਿੰਦਰਜੀਤ ਦੀ ਪੋਇਟਰੀ ਨੂੰ ਮੰਚਨ ਕੀਤਾ, ਰਵਿੰਦਰ ਰਵੀ ਦੇ ਜਿੰਨੇ ਪੋਇਟਰੀ 'ਚ ਲਿਖੇ ਨਾਟਕ ਸੀ ਸਾਰੇ ਮੈਂ ਹੀ ਖੇਡੇ। ਖਾਸ ਤੌਰ ਤੇ ਗੱਡੀ ਚੜਨ ਦੀ ਕਾਲ ਬੜੀ ਸੀ ਉਹਦੇ, ਗੱਡੀ ਚੜਨ ਦੀ ਕਾਲ ਬੜੀ, ਉਹ ਇੱਕ ਕਹਾਣੀਆਂ ਦਾ ਮੰਚਨ ਸੀਗਾ, ਉਹ ਇੱਕ ਅਲੱਗ ਮੇਰੀ ਪੇਸ਼ਕਾਰੀ ਸੀਗੀ। ਸੋ ਮੈਂ ਕਹਾਣੀਆਂ ਲਗਭਗ 100 ਦੇ ਕਰੀਬ ਕਹਾਣੀਆਂ ਜਿਨ੍ਹਾਂ ਦਾ ਮੈਂ ਮੰਚਨ ਕੀਤਾ ਵਾ। ਉਹਦੇ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ ਕਹਾਣੀਆਂ ਵੀ ਨੇ, ਸਰਦਾਰ ਨਾਨਕ ਸਿੰਘ ਉਹਨਾਂ ਦੀਆਂ ਕਹਾਣੀਆਂ ਵੀ ਨੇ, ਹੋਰ ਬਹੁਤ ਸਾਰੇ ਜਿਹੜੇ ਸਾਡੇ ਹੁਣ ਦੇ ਲੇਖਕ ਨੇ ਉਹਨਾਂ ਦੀਆਂ ਕਹਾਣੀਆਂ ਵੀ ਨੇ, ਵਿਦੇਸ਼ੀ ਕਹਾਣੀਆਂ ਵੀ ਨੇ, ਹਿੰਦੀ ਦੀਆਂ ਪੰਜਾਬੀ ਵਿੱਚ ਮੈਂ ਕੀਤੀਆਂ। ਸੋ ਇਹ ਨਾਵਲਾਂ ਦੇ ਉੱਤੇ ਮੈਂ ਬਹੁਤ ਸਾਰਾ ਕੰਮ ਕੀਤਾ, ਜਿਹ 'ਚ ਰਾਮ ਸਰੂਪ ਅਣਖੀ ਦਾ ਨਾਵਲ ਪ੍ਰਤਾਪੀ ਵੀ ਹੈ, ਗੁਰਦਿਆਲ ਸਿੰਘ ਦਾ ਪਰਸਾ ਵੀ ਹੈ, ਅੰਮ੍ਰਿਤਾ ਪ੍ਰੀਤਮ ਦਾ ਪਿੰਜਰ ਵੀ ਹੈ, ਮੈਕਸਿਮ ਗੋਰਕੀ ਦਾ ਨਾਵਲ ਜਿਹੜਾ ਮਦਰ ਹੈ ਉਸ ਦਾ ਮੈਂ ਬਹੁਤ ਵਾਰੀ ਮੰਚਨ ਕੀਤਾ। ਸੋ ਇਦਾਂ ਦੀਆਂ ਜਿਹੜੀਆਂ ਸਾਹਿਤ ਦੀਆਂ ਵਿਧਾਵਾਂ ਸੀਗੀਆਂ, ਮੈਨੂੰ ਲੱਗਦਾ ਸੀ ਕਿ ਇਹ ਮੇਰੇ ਦਰਸ਼ਕਾਂ ਤੱਕ ਜਾਣੀਆਂ ਚਾਹੀਦੀਆਂ ਨੇ, ਕਿਉਂਕਿ ਜਦੋਂ ਅਸੀਂ ਕਹਾਣੀ ਪੜ੍ਹਦੇ ਹਾਂ ਜਾਂ ਕਰਦੇ ਹਾਂ ਤਾਂ ਮੈਨੂੰ ਲੱਗਦਾ ਸੀ ਹਜ਼ਾਰਾਂ ਲੋਕਾਂ ਤੱਕ ਪਹੁੰਚ ਜਾਂਦੀ ਹੈ ਨਾਟਕ ਦੇ ਰਾਹੀਂ, ਔਰ ਨਾਟਕ ਰਾਹੀਂ ਛੇਤੀ ਗੱਲ ਜਿਹੜੀ ਹੈ ਲੋਕਾਂ ਤੱਕ ਪਹੁੰਚਦੀ ਹੈ। ਮੈਂ ਫਿਲਮ ਦੀ ਸਕ੍ਰਿਪਟ ਨੂੰ ਵੀ ਮੰਚਨ ਕੀਤਾ, ਕੈਫੀ ਆਜ਼ਮੀ ਦੀ ਜਿਹੜੀ ਸਕ੍ਰਿਪਟ ਸੀ ਹੀਰ ਰਾਂਝਾ, ਮੈਂ ਉਹਦਾ ਵੀ ਮੰਚਨ ਕੀਤਾ। ਗੁਲਜ਼ਾਰ ਸਾਹਿਬ ਦੀ ਸਕ੍ਰਿਪਟ ਸੀ ਮੀਰਾ, ਮੈਂ ਉਹਦਾ ਵੀ ਮੰਚਨ ਕੀਤਾ। ਸੋ ਇਦਾਂ ਦੀਆਂ ਮੈਨੂੰ ਜਿੱਥੇ ਵੀ ਲੱਗਾ, ਜਿਵੇਂ ਆਪਣਾ ਸਾਦਤ ਹਸਨ ਮੰਟੋ, ਉਹਦੀਆਂ ਕਹਾਣੀਆਂ ਵੀ, ਉਹਦੀ ਜੀਵਨੀ ਵੀ, ਔਰ ਉਹਦੇ ਜਿਹੜੀਆਂ ਕਹਾਣੀਆਂ ਤੇ ਮੁਕੱਦਮੇ ਚੱਲੇ, ਉਹ ਮੁਕੱਦਮਿਆਂ ਨੂੰ ਵੀ ਮੈਂ ਨਾਟਕ ਦੇ ਰਾਹੀਂ ਪੇਸ਼ ਕੀਤਾ। ਕਾਲੀ ਸਲਵਾਰ, ਖੋਲ ਦੋ, ਉਹ ਸਾਰੇ ਹੀ ਉਹਦੇ ਵਿੱਚ ਮੈਂ ਸ਼ਾਮਲ ਕਰਕੇ ਤੇ ਫਿਰ ਮੈਂ ਉਹ ਇੱਕ ਨਾਟਕ ਬਣਾਇਆ, ਇੱਕ ਸੀ ਮੰਟੋ। ਉਹ ਨਾਟਕ ਮੈਂ ਪਾਕਿਸਤਾਨ 'ਚ ਵੀ ਖੇਡਿਆ ਔਰ ਇੱਧਰਲੇ ਪਾਸੇ ਵੀ ਮੈਂ ਬਹੁਤ ਵਾਰੀ ਖੇਡਿਆ। ਪਾਕਿਸਤਾਨ 'ਚ ਜਦੋਂ ਮੈਂ ਖੇਡਿਆ ਤੇ ਮੰਟੋ ਦੀਆਂ ਧੀਆਂ ਵੀ ਵੇਖਣ ਆਈਆਂ, ਉਹਦੇ ਦਾਮਾਦ ਵੀ ਵੇਖਣ ਆਏ, ਉਹਦੇ ਦੋਤੇ ਪੋਤੇ ਵੀ। ਸੋ ਉਹ ਸਾਰੇ ਲੋਕ ਆਏ ਤੇ ਉਹ ਬੜਾ ਕਹਿ ਲਓ ਕਿ ਬੜਾ ਸਤਿਕਾਰ ਮਿਲਿਆ ਉਹਨਾਂ ਦੇ ਰਾਹੀਂ। ਜਦੋਂ ਕੇਵਲ ਜੀ ਤੁਹਾਡੀ ਮੈਂ ਬਾਇਓਡਾਟਾ ਪੜ੍ਹਿਆ, ਤੁਸੀਂ ਮੈਨੂੰ ਭੇਜਿਆ ਸੀ, ਕਿ ਉਹ ਪੜ੍ਹ ਕੇ ਮੈਨੂੰ ਬੜਾ ਉਪਰਾ ਲੱਗਿਆ ਕਿ ਮੈਂ ਇੰਨੀ ਦੇਰ ਤੋਂ ਤੁਹਾਡੇ ਨਾਲ ਵਾਬਸਤਾ ਹਾਂ, ਪਰ ਮੈਂ ਤਾਂ ਤੁਹਾਡੇ ਬਾਰੇ ਕੁਝ ਵੀ ਨਹੀਂ ਜਾਣਦਾ। ਤੇ ਮੈਨੂੰ ਇੱਕ ਗੱਲ ਹੋਰ ਵੀ ਮਹਿਸੂਸ ਹੋਈ ਸੀ, ਮੈਂ ਹੀ ਨਹੀਂ, ਤੁਹਾਡੇ ਆਲੇ ਦੁਆਲੇ ਜਿਹੜੇ ਵਿਚਰਦੇ ਨੇ ਲੋਕ, ਰੰਗਮੰਚ ਵਾਲਿਆਂ ਨੂੰ ਜੇ ਛੱਡ ਦੋ ਜਿਹੜੇ ਬਹੁਤ ਕਲੋਜ਼ ਵਾਲੇ ਆ, ਤੇ 90% ਲੋਕ ਹੋਰ ਵੀ ਨਹੀਂ ਹੋਣਗੇ, ਮੈਨੂੰ ਪੱਕਾ ਪਤਾ ਕਿ ਉਹ ਵੀ ਤੁਹਾਡੇ ਬਾਰੇ ਕੁਝ ਨਹੀਂ ਜਾਣਦੇ ਪੰਜਾਬ ਦੇ ਵਿੱਚ। ਬਿਲਕੁਲ ਬਿਲਕੁਲ। ਜਦੋਂ ਕਿ ਪੰਜਾਬੋਂ ਬਾਹਰ ਅਜੇ ਵੀ ਤੁਹਾਡਾ ਇਸ ਤੋਂ ਜ਼ਿਆਦਾ ਨਾਮ। ਬਿਲਕੁਲ। ਔਰ ਉਹ ਕਈ ਵਾਰੀ ਹੁੰਦਾ ਕਿ ਘਰ ਦਾ ਜੋਗੀ ਜੋਗੜਾ ਹੀ ਹੁੰਦਾ ਹੈ ਨਾ, ਤੇ ਮੈਂ ਇੱਕ ਬਹੁਤ ਸੰਕੋਚੀ ਜਿਹਾ ਵੀ ਰਿਹਾ ਵਾਂ ਕਿ ਮੈਂ ਕੰਮ ਕਰਨ 'ਚ ਬਹੁਤ ਵਿਸ਼ਵਾਸ ਕੀਤਾ ਹੈ, ਤੇ ਮੈਂ ਕਦੀ ਆਪਣੇ ਆਪ ਦਾ ਪ੍ਰਚਾਰ ਵੀ ਨਹੀਂ ਕੀਤਾ। ਮੈਂ ਕਦੀ ਫੇਸਬੁੱਕ ਉੱਤੇ, ਮੈਨੂੰ ਬਹੁਤ ਸਾਰਾ ਲਿਖਣਾ ਨਹੀਂ ਆਉਂਦਾ, ਮੈਂ ਫੇਸਬੁੱਕ ਦੇ ਉੱਤੇ ਆਪਣੀਆਂ ਤਾਰੀਫਾਂ ਆਪ ਨਹੀਂ ਪਾ ਸਕਦਾ ਕਿ ਮੈਂ ਆਹ ਸ਼ੋਅ ਕੀਤਾ ਜੀ, ਆ ਬੱਲੇ ਬੱਲੇ ਹੋ ਗਈ, ਆ ਲੋਕ ਮੈਨੂੰ ਮਿਲੇ, ਆ ਲੋਕ ਰੋਏ, ਆ ਫਲਾਣ ਹੋ ਗਿਆ, ਟੀਂਗ ਹੋਇਆ। ਮੈਂ ਇੱਕ ਕਰ ਹੀ ਨਹੀਂ ਸਕਦਾ, ਮੇਰਾ ਕੰਮ ਨਹੀਂ ਹੈ। ਮੇਰਾ ਕੰਮ ਹੈ ਨਾਟਕ ਕਰਨਾ ਤੇ ਨਾਟਕ ਕਰਨਾ। ਮੇਰਾ ਬਸ ਮੇਰਾ ਇਸ਼ਟ, ਮੇਰਾ ਜੀਣਾ ਮਰਨਾ, ਖਾਣਾ ਪੀਣਾ ਸੌਣਾ ਸਭ ਰੰਗਮੰਚ ਹੈ। ਸੋ ਮੈਂ ਉਹੀ ਹੰਡਾਇਆ, ਉਹੀ ਖਾਇਆ, ਤੇ ਉਹੀ ਮੈਂ ਕਹਿ ਲਓ ਕਿ ਉਹਦੇ ਨਾਲ ਹੀ ਮੇਰੇ ਸਾਹ ਚੱਲਦੇ ਆ। ਸੋ ਰੰਗਮੰਚ ਤੇ ਕੇਵਲ ਧਾਲੀਵਾਲ ਕੋਈ ਦੋ ਚੀਜ਼ਾਂ ਨਹੀਂ ਹੈ। ਇੱਕ ਹੋਰ ਤੁਸੀਂ ਜਿਹੜਾ ਵੱਡਾ ਕੰਮ ਕੀਤਾ ਹੈ, ਜਿਹੜਾ ਮੈਨੂੰ ਪੜ੍ਹ ਕੇ ਪਤਾ ਲੱਗਿਆ ਤੁਹਾਡੇ ਬਾਇਓਡਾਟਾ ਤੋਂ, ਕਿ ਤੁਸੀਂ ਵਿਦੇਸ਼ੀ ਸਾਹਿਤ ਨੂੰ, ਵਰਲਡ ਲੈਵਲ ਤੇ ਅੰਗਰੇਜ਼ੀ ਸਾਹਿਤ ਨੂੰ ਨਹੀਂ ਬਲਕਿ ਨਾਟਕਾਂ ਨੂੰ ਬੜੇ ਵੱਡੇ ਲੈਵਲ ਤੇ ਅਨੁਵਾਦ ਕੀਤਾ ਹੈ। ਬਿਲਕੁਲ। ਉਹਨਾਂ ਬਾਰੇ ਕੁਝ ਵੱਡੇ ਲੇਖਕ ਜਿਹੜੇ ਤੁਹਾਡੇ ਪਸੰਦੀਦਾ ਫੇਵਰਿਟ ਨਾਟਕਕਾਰ ਕੌਣ ਨੇ, ਉਹਨਾਂ ਨੂੰ ਕਿਵੇਂ ਚੁਣਿਆ ਤੁਸੀਂ? ਜਿਵੇਂ ਜਰਮਨ ਨਾਟਕਕਾਰ ਜਿਵੇਂ
ਬ੍ਰੈਖਟ ਹੈ। ਤਾਂ ਬ੍ਰੈਖਟ ਮੈਨੂੰ ਲੱਗਦਾ ਸੀ ਕਿ ਬ੍ਰੈਖਟ ਹਮੇਸ਼ਾ ਜਿਹੜਾ ਇਨਸਾਨੀਅਤ ਦੀ ਗੱਲ ਕਰਦਾ ਹੈ, ਉਹ ਜੰਗ ਦੇ ਖਿਲਾਫ ਗੱਲ ਕਰਦਾ ਹੈ, ਕਿਉਂਕਿ ਉਹਨੇ ਜੰਗ ਵੇਖੀ, ਫਰਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ ਉਹਨੇ ਵੇਖੀ, ਉਹਨੇ ਜੰਗ ਦੇ ਖਿਲਾਫ ਨਾਟਕ ਲਿਖੇ, ਔਰ ਜੰਗ ਦੇ ਵਿੱਚ ਇਨਸਾਨੀਅਤ ਕਿੱਦਾਂ ਜ਼ਿੰਦਾ ਰਹਿੰਦੀ ਹੈ ਉਹਨੇ ਉਹ ਗੱਲਾਂ ਕੀਤੀਆਂ। ਮੈਂ ਇਬਸਨ ਨੂੰ ਖੇਡਦਾ ਵਾਂ। ਇਬਸਨ ਜਿਹੜਾ ਕਿ ਨਾਰਵੇਜੀਅਨ ਨਾਟਕਕਾਰ ਹੈ, ਔਰ ਸਭ ਕਹਿ ਲਓ ਕਿ ਦੁਨੀਆ ਦਾ ਜਿਹੜਾ ਅਗਾਂਹ ਵਧੂ ਨਾਟਕਕਾਰ, ਮਾਡਰਨ ਟਾਈਮਸ ਦਾ ਜਿਹੜਾ ਨਾਟਕਕਾਰ ਸੀਗਾ ਉਹ ਇਬਸਨ ਸੀਗਾ। ਮੈਂ ਰੀਸੈਂਟਲੀ ਉਹਦਾ ਨਾਟਕ ਜਿਹੜਾ ਐਨ ਐਨਮੀ ਆਫ ਦਾ ਪੀਪਲ, ਉਹਨੂੰ ਮੈਂ ਪੰਜਾਬੀ ਵਿੱਚ ਕਰਕੇ ਦੁਸ਼ਮਣ ਦੇ ਨਾਮ ਹੇਠ ਖੇਡਿਆ। ਤੇ ਮੈਨੂੰ ਲੱਗਦਾ ਕਿ 100 ਸਾਲ ਪਹਿਲਾਂ ਲਿਖਿਆ ਹੋਇਆ ਨਾਟਕ ਜਿਹੜਾ ਇਹ ਸ਼ਾਇਦ ਸਾਡੇ ਅੱਜ ਦੇ ਪੰਜਾਬ ਲਈ ਲਿਖਿਆ ਹੋਇਆ ਨਾਟਕ ਹੈ, ਜਿਹਦੇ ਵਿੱਚ ਜਿਹੜੇ ਕਿ ਪਾਣੀਆਂ ਦੀ ਪ੍ਰੋਬਲਮ ਹੈ, ਜੋ ਦੂਸ਼ਿਤ ਪਾਣੀ ਸਾਡਾ ਪੂਰਾ ਮਾਲਵਾ ਰੀਜਨ ਨਹੀਂ, ਹੁਣ ਤਾਂ ਸਾਰਾ ਪੰਜਾਬ ਹੀ ਹੋ ਜਾ ਹੋ ਗਿਆ। ਸੋ ਉਹ ਜਿਹੜਾ ਦੂਸ਼ਿਤ ਪਾਣੀ ਦੀ ਉਹ ਗੱਲ ਕਰਦਾ ਹੈ, ਔਰ ਦੂਸ਼ਿਤ ਪਾਣੀ ਦੇ ਉੱਤੇ ਜਿਹੜੀ ਪੋਲਿਟਿਕਸ ਹੋ ਰਹੀ ਹੈ, ਜਿਹੜੇ ਪੋਲੀਟੀਕਲ ਲੋਕ ਉਸ ਦਾ ਨਜਾਇਜ਼ ਫਾਇਦਾ ਕਿੱਦਾਂ ਉਠਾਉਂਦੇ ਰਹੇ, ਔਰ ਕਿਵੇਂ ਜਿਹੜੇ ਲੋਕ ਆਵਾਜ਼ ਉਠਾਉਂਦੇ ਨੇ ਤੇ ਉਹਨਾਂ ਨੂੰ ਦੁਸ਼ਮਣ ਗਰਦਾਨ ਦਿੱਤਾ ਜਾਂਦਾ। ਇਹ ਅੱਜ ਦੀ ਰਾਜਨੀਤੀ ਦਾ ਹਿੱਸਾ ਵੀ ਹੈ। ਤਾਂ ਮੈਨੂੰ ਲੱਗਦਾ ਸੀ ਕਿ ਇਹ ਨਾਟਕ ਖੇਡਿਆ ਜਾਣਾ ਚਾਹੀਦਾ, ਇਹ ਮੇਰੇ ਨਾਟਕ ਜਿਹੜਾ ਮੇਰੇ ਲੋਕਾਂ ਦੇ ਵਿੱਚ ਜਾਣਾ ਚਾਹੀਦਾ। ਇਸੇ ਤਰ੍ਹਾਂ ਹੀ ਉਹਦਾ ਜਦੋਂ ਬ੍ਰੈਖਟ ਦਾ ਨਾਟਕ ਜਿਹੜਾ ਸੀਗਾ, ਮੈਂ ਉਹਦਾ ਬਾਲਾ ਕਿੰਗ ਖੇਡਿਆ ਜਦੋਂ ਨਾਟਕ, ਤੇ ਮੈਨੂੰ ਲੱਗਾ ਵੀ ਇਹ ਜਿਹੜੀ ਹੌਲੀ ਹੌਲੀ ਪੋਲਿਟਿਕਸ ਦੇ ਵਿੱਚ ਜਿਹੜੇ ਲੋਕ ਗੁੰਡੇ ਲੋਕ ਕਿੱਦਾਂ ਐਂਟਰ ਕਰਦੇ ਆ, ਕਿ ਜਿਹੜੇ ਗਲੀ ਮਹੱਲਿਆਂ ਦੇ ਵਿੱਚ ਛੋਟੀਆਂ ਛੋਟੀਆਂ ਚੋਰੀਆਂ ਕਰਨ ਵਾਲੇ ਹੁੰਦੇ ਆ, ਚਾਕੂ ਛੁਰੀਆਂ ਚਲਾਉਣ ਵਾਲੇ ਹੁੰਦੇ ਆ, ਛੋਟੀਆਂ ਛੋਟੀਆਂ ਗੁੰਡਾ ਗਰਦੀਆਂ ਤੋਂ ਵੱਡੇ ਵੱਡੇ ਰਾਜਨੀਤੀਵਾਨ ਕਿੱਦਾਂ ਬਣ ਜਾਂਦੇ। ਯਾਨੀ ਉਹ ਬ੍ਰੈਖਟ ਨੇ ਉਹਨਾਂ ਸਮਿਆਂ 'ਚ ਉਹਦੀ ਗੱਲ ਕੀਤੀ ਹੋਈ, ਤੇ ਮੈਨੂੰ ਲੱਗਾ ਇਹ ਤਾਂ ਮੇਰੇ ਪੰਜਾਬ ਦੀ ਨਹੀਂ, ਮੇਰੇ ਹਿੰਦੁਸਤਾਨ ਦੀ ਗੱਲ ਹੈ। ਤੇ ਉਹਨੂੰ ਫਿਰ ਮੈਂ ਇਸ ਨਾਮ ਹੇਠ ਨਾਟਕ ਨੂੰ ਖੇਡਿਆ। ਸੋ ਇਹ ਜਿਹੜੀਆਂ ਸੰਵੇਦਨਾਵਾਂ ਸੀਗੀਆਂ, ਚਾਹੇ ਉਹ ਕਿਸੇ ਹੋਰ ਦਾਰੀਓ ਫੋ ਦੇ ਨਾਟਕਾਂ ਦੇ ਵਿੱਚ ਹੋਣ ਜਾਂ ਸ਼ੇਕਸਪੀਅਰ ਦੇ ਨਾਟਕਾਂ ਵਿੱਚ, ਕਿੰਗ ਲੀਅਰ ਦੇ ਵਿੱਚ ਹੋਣ, ਤੇ ਮੈਨੂੰ ਲੱਗਾ ਵੀ ਇੱਕ ਬੀਬੀ ਰਜਨੀ ਦੀ ਕਹਾਣੀ ਅਸੀਂ ਕਰਦੇ ਹਾਂ, ਤੇ ਇਹਦੇ ਵਿੱਚ ਕਹਾਣੀ ਜਿਹੜੀ ਬੀਬੀ ਰਜਨੀ ਦੀ ਕਹਾਣੀ ਦਾ ਸ਼ਾਇਦ ਸ਼ੇਕਸਪੀਅਰ ਨੇ ਵਿਸਥਾਰ ਕੀਤਾ, ਤੇ ਉਹਦੇ ਵਿੱਚ ਉਸ ਵੇਲੇ ਸਾਡੇ ਸਮੇਂ ਦਾ ਜਿਹੜਾ ਅੱਜ ਦਾ ਵੱਡਾ ਗਾਇਕ ਹੈ ਕਮਲ ਗਰੇਵਾਲ, ਉਸ ਨੇ ਮੇਰੇ ਉਸ ਨਾਟਕ ਵਿੱਚ ਮਿਊਜ਼ਿਕ ਵੀ ਕੀਤਾ ਸੀਗਾ। ਸੋ ਇਦਾਂ ਦੇ ਕਾਫੀ ਸਾਰੇ ਕੰਮ ਜਿਹੜੇ ਉਹ ਮੈਂ ਅਨੁਵਾਦ ਕੀਤੇ, ਉਹ ਵਿਦੇਸ਼ੀ ਭਾਸ਼ਾਵਾਂ ਦੇ ਜਿਹੜੇ ਨਾਟਕ ਮੇਰੇ ਅਨੁਵਾਦ ਹੋਏ। ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ 2 ਕਿਤਾਬਾਂ ਵੀ ਛਾਪੀਆਂ ਨੇ ਉਹਦੇ ਬਾਰੇ 'ਚ, ਤੇ ਹੋਰ ਵੀ ਕਈ ਬਹੁਤ ਸਾਰੇ ਮੇਰੇ ਮੈਨੂੰ ਲੱਗ ਰਿਹਾ ਕਿ ਜਿਵੇਂ ਤੁਸੀਂ ਹਿੰਦੁਸਤਾਨ ਤੇ ਪੰਜਾਬ ਤੋਂ ਬਾਹਰ ਦੇ ਨਾਟਕਕਾਰਾਂ ਨਾਲ ਵੀ ਜੁੜੇ ਰਹੇ, ਹੁਣੇ ਜਿਹੜੀ ਤੁਸੀਂ ਸਾਰੀ ਗੱਲਬਾਤ ਕੀਤੀ ਹੈ, ਮੈਨੂੰ ਲੱਗਦਾ ਕਿ ਬਹੁਤ ਸਾਰੇ ਸਾਡੇ ਦਰਸ਼ਕਾਂ ਨੇ ਅੱਜ ਇਹ ਪਹਿਲੀ ਵਾਰ ਸੁਣੀ ਹੋਏਗੀ ਕਿ ਤੁਸੀਂ ਇੰਨਾ ਕੰਮ ਕੀਤਾ ਇੱਥੋਂ ਤੱਕ ਜਾ ਕੇ। ਤੇ ਇੱਕ ਮੈਂ ਹੋਰ ਜਾਣਨਾ ਚਾਹਾਂਗਾ ਤੁਹਾਡੇ ਰਾਹੀਂ ਕਿ ਹਿੰਦੁਸਤਾਨ ਦੇ ਵਿੱਚ ਜਿਹੜੇ ਮੋਸਟ ਪਪੂਲਰ ਨਿਰਦੇਸ਼ਕ ਨੇ, ਡਾਇਰੈਕਟਰ ਨੇ ਰੰਗਮੰਚ ਦੇ, ਉਹ ਕੌਣ ਨੇ, ਤੇ ਤੁਹਾਡੇ ਪਸੰਦੀਦਾ ਉਹਨਾਂ ਚੋਂ ਕਿਹੜੇ ਨੇ ਜਿਹੜੇ ਸਾਨੂੰ ਨਹੀਂ ਪਤਾ, ਉਹਨਾਂ ਬਾਰੇ ਕੋਈ ਦੱਸੋ। ਉਹ ਬਹੁਤ ਸਾਰੇ ਨੇ ਜਿਨ੍ਹਾਂ ਨੇ ਅਲੱਗ, ਕਿਉਂਕਿ ਨਿਰਦੇਸ਼ਨ ਇਹੋ ਜਿਹੀ ਇੱਕ ਵਿਧਾ ਹੈ ਕਿ ਇਹਦੇ ਵਿੱਚ ਹਰ ਇੱਕ ਨੇ ਅਲੱਗ ਤਰੀਕੇ ਨਾਲ ਐਂਟਰ ਕੀਤਾ। ਇਹਦੇ ਵਿੱਚ ਮੇਰੇ ਪਸੰਦੀਦਾ ਲੋਕਾਂ ਦੇ ਵਿੱਚੋਂ ਰਤਨ ਥਿਆਮ ਹੈ ਜੋ ਮਨੀਪੁਰ ਤੋਂ ਹੈ, ਔਰ ਉਹ ਬੰਦਾ ਇੰਨੀ ਵਧੀਆ ਦੁਨੀਆ ਸਿਰਜ ਦਿੰਦਾ ਹੈ ਕਿ ਉਹ ਜਦੋਂ ਵੀ ਨਿਕਲਦਾ ਵਾ ਉਹਨੂੰ ਦੁਨੀਆ ਦਾ ਵੱਡਾ ਨਾਟਕਕਾਰ, ਨਿਰਦੇਸ਼ਕ ਹੈ, ਡਿਜ਼ਾਈਨਰ ਹੈ, ਕਿ ਉਹ ਵਰਲਡ ਟੂਰ ਕਰਦਾ ਆਪਣੇ ਨਾਟਕ ਦੇ ਰਾਹੀਂ ਮਨੀਪੁਰ ਤੋਂ ਨਿਕਲ ਕੇ। ਤੇ ਸੋ ਉਹ ਬੰਦਾ ਮੇਰਾ, ਮੈਨੂੰ ਖੁਸ਼ੀ ਹੈ ਕਿ ਜਦੋਂ ਮੇਰੀ ਨੈਸ਼ਨਲ ਸਕੂਲ ਆਫ ਡਰਾਮਾ ਦੇ ਵਿੱਚ ਸਿਲੈਕਸ਼ਨ ਹੋਈ, ਮੈਂ ਨੈਸ਼ਨਲ ਸਕੂਲ ਆਫ ਡਰਾਮਾ ਪੜ੍ਹਨ ਗਿਆ, ਤਾਂ ਉਹ ਉੱਥੇ ਡਾਇਰੈਕਟਰ ਉਸ ਵੇਲੇ ਰਤਨ ਥਿਆਮ ਸੀ। ਤੇ ਮੈਨੂੰ ਇਹ ਖੁਸ਼ੀ ਹੁੰਦੀ ਹੈ ਕਿ ਮੈਨੂੰ ਇਹ ਦੱਸਦੇ ਆ ਕਿ ਮੇਰੀ ਸਿਲੈਕਸ਼ਨ ਰਤਨ ਥਿਆਮ ਨੇ ਕੀਤੀ ਸੀ। ਤੇ ਉਸ ਵੇਲੇ ਅਨੁਰਾਧਾ ਕਪੂਰ ਹੈ, ਰਾਮ ਗੋਪਾਲ ਬਜਾਜ ਹੈ, ਅੰਕੁਰ ਜੀ ਨੇ, ਗੁਰਸ਼ਰਨ ਭਾਜੀ ਨੇ, ਜਿਹੜੇ ਕਿ ਹਮੇਸ਼ਾ ਸਾਡੀ ਪ੍ਰੇਰਨਾ ਰਹੇ ਨੇ। ਮੈਂ ਉਹਨਾਂ ਨਾਲ ਲਗਾਤਾਰ 10 ਸਾਲ ਕੰਮ ਵੀ ਕੀਤਾ। ਸੋ ਇਹ ਇਹੋ ਜਿਹੇ ਲੋਕ ਨੇ ਜਿਹੜੇ ਕਿ ਬਾਰ-ਬਾਰ ਜਿਹੜੇ ਕਿ ਅਲੱਗ-ਅਲੱਗ ਤਰੀਕੇ ਨਾਲ ਕੰਮ ਕਰਨ ਵਾਲੇ ਸੀ। ਇਹ ਮੇਰੀ ਪ੍ਰੇਰਨਾ ਸਰੋਤ ਰਹੇ। ਮੇਰੀ ਆਪਣੀ ਕਿਉਰੀਓਸਿਟੀ ਆ ਕਿ ਮੈਂ ਤੁਹਾਡੇ ਮੂੰਹੋਂ ਸੁਣਾ, ਹਬੀਬ ਤਨਵੀਰ ਹੋਰੀ ਜੀ, ਉਹਨਾਂ ਦਾ ਮੈਂ ਨਾਟਕ ਦੇਖਿਆ ਸੀ ਚਰਨਦਾਸ ਚੋਰ, ਇੱਕੋ ਇੱਕ ਹੀ। ਦੁਬਾਰਾ ਮੈਂ ਕਦੀ ਮੈਨੂੰ ਮੌਕਾ ਨਹੀਂ ਮਿਲਿਆ ਉਹਨਾਂ ਦਾ ਦੇਖਣ ਦਾ। ਤੁਸੀਂ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਬਿਲਕੁਲ ਜਾਣਦੇ ਹੋਵੋਗੇ, ਉਹਨਾਂ ਬਾਰੇ ਕੁਝ 2 ਗੱਲਾਂ ਕਰੋ। ਉਹਨਾਂ ਬਾਰੇ ਉਹ ਐਕਚੁਅਲੀ ਉਹ ਲੋਕ ਸੀਗੇ ਜਿਹੜੇ ਵੱਡੀ ਟ੍ਰੇਨਿੰਗ ਲੈ ਕੇ ਆਏ। ਉਹ ਲੰਡਨ ਤੋਂ, ਰਾਡਾ ਤੋਂ ਟ੍ਰੇਨਿੰਗ ਲੈ ਕੇ ਆਏ ਸੀ ਹਬੀਬ ਤਨਵੀਰ, ਰਾਇਲ ਅਕੈਡਮੀ ਆਫ ਡਰਾਮੈਟਿਕ ਆਰਟਸ ਦੇ ਵਿੱਚੋਂ। ਤੇ ਉਹਨਾਂ ਨੇ ਇੱਥੇ ਆ ਕੇ ਪਰ ਬਿਲਕੁਲ ਉਹਨਾਂ ਲੋਕਾਂ ਨੂੰ ਚੁਣਿਆ, ਉਹਨਾਂ ਐਕਟਰਾਂ ਨੂੰ ਚੁਣਿਆ ਜਿਹੜੇ ਮਿੱਟੀ ਨਾਲ ਜੁੜੇ ਹੋਏ ਸੀਗੇ, ਜਿਹੜੇ ਲੋਕ ਕਲਾਕਾਰ ਸੀਗੇ। ਸੋ ਉਹਨਾਂ ਲੋਕ ਕਲਾਕਾਰਾਂ ਦੇ ਨਾਲ ਜਿਹੜਾ ਮਾਡਰਨ ਜਿਹੜੀ ਟ੍ਰੇਨਿੰਗ ਸੀ, ਉਹਨਾਂ ਨੇ ਇੱਕ ਪਲੇਟਫਾਰਮ ਦੇ ਉੱਤੇ ਲੈ ਕੇ ਆਂਦੀ, ਉਹਨਾਂ ਨੂੰ ਉਹਦੇ ਰਾਹੀਂ ਪੇਸ਼ ਕੀਤਾ। ਉਹਨਾਂ ਨੇ ਉਹਦੇ ਵਿੱਚੋਂ ਚਰਨਦਾਸ
ਚੋਰ ਨਿਕਲਿਆ, ਆਗਰਾ ਬਾਜ਼ਾਰ ਨਿਕਲਿਆ, ਤੇ ਹੋਰ ਬਹੁਤ ਸਾਰੇ ਉਹਨਾਂ ਦੇ ਨਾਟਕ ਜਿਹੜੇ ਸੀ ਉਹਦੇ ਵਿੱਚੋਂ ਹੀ ਨਿਕਲੇ। ਸੋ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਉਹਨਾਂ ਦੇ ਨਾਲ ਇੱਕੋ ਹੀ ਸਟੇਜ ਦੇ ਉੱਤੇ ਪਰਫਾਰਮ ਕਰਨ ਦਾ ਵੀ ਮੌਕਾ ਮਿਲਿਆ। ਅਸੀਂ ਕਲਕੱਤੇ ਵਿੱਚ ਇੱਕ ਵਾਰੀ ਅਸੀਂ ਇਕੱਠੇ ਸੀ, ਮੈਂ ਲੂਣਾ ਨਾਟਕ ਖੇਡ ਰਿਹਾ ਸੀਗਾ ਤੇ ਉਹਨਾਂ ਦਾ ਚਰਨਦਾਸ ਚੋਰ ਸੀਗਾ, ਸੇਮ ਫੈਸਟੀਵਲ ਦੇ ਵਿੱਚ। ਔਰ ਦਿਨ ਵੇਲੇ ਅਸੀਂ ਖਾਣਾ ਵਗੈਰਾ ਖਾਂਦੇ ਹਾਂ ਜਾਂ ਸੈਮੀਨਾਰ ਦੇ ਵਿੱਚ ਇਕੱਠੇ ਅਸੀਂ ਗੱਲਬਾਤ ਕਰਦੇ ਹਾਂ, ਅਸੀਂ ਇਕੱਠੇ ਹੁੰਦੇ ਸੀ। ਜਦੋਂ ਮੈਂ NSD ਦਿੱਲੀ ਪੜ੍ਹਦਾ ਰਿਹਾ 3 ਸਾਲ, ਉਸ ਵੇਲੇ ਵੀ ਰੋਜ਼ ਹੀ ਤਕਰੀਬਨ ਕਿਸੇ ਨਾ ਕਿਸੇ ਬਹਾਨੇ ਉਹਨਾਂ ਦੇ ਨਾਲ ਮੁਲਾਕਾਤ ਹੋ ਜਾਂਦੀ। ਸੋ ਗ੍ਰੇਟ ਲੋਕ ਜਿਹੜੇ ਹਿੰਦੁਸਤਾਨ ਦੇ ਵਿੱਚ ਹੋਏ ਆ, ਸੋ ਹਬੀਬ ਤਨਵੀਰ ਉਹਨਾਂ ਦੇ ਵਿੱਚੋਂ ਇੱਕ ਵੱਡੀ ਹਸਤੀ ਹੈ। ਮੇਰੇ ਕੋਲ 2 ਹੋਰ ਇੰਪੋਰਟੈਂਟ ਸਵਾਲ ਨੇ ਤੁਹਾਡੇ ਵਾਸਤੇ। ਇੱਕ ਤੇ ਹੈ ਕਿ ਤੁਸੀਂ ਬੜੀ ਵਾਰ ਸਿਫਾਰਿਸ਼ ਕੀਤੀ ਹੈ ਕਿ ਜਿਹੜਾ ਨਾਟਕ ਹੈ, ਰੰਗਮੰਚ ਹੈ, ਉਹ ਸਕੂਲਾਂ ਦੇ ਸਿਲੇਬਸ ਦਾ ਹਿੱਸਾ ਹੋਣਾ ਚਾਹੀਦਾ। ਬਿਲਕੁਲ। ਇਹ ਕਿਉਂ ਹੋਣਾ ਚਾਹੀਦਾ ਤੇ ਇਸ ਦਾ ਬੱਚਿਆਂ ਨੂੰ ਇਹਦਾ ਕੀ ਫਾਇਦਾ ਹੋਏਗਾ ਆਉਣ ਵਾਲੀ ਜ਼ਿੰਦਗੀ 'ਚ? ਇਹ ਦੇਖੋ, ਮੈਂ ਬੜਾ ਸਪਸ਼ਟ ਹਾਂ ਕਿ ਜਿਹੜਾ ਰੰਗਮੰਚ ਹੈ ਨਾ, ਰੰਗਮੰਚ ਨੇ ਹਮੇਸ਼ਾ ਇਨਸਾਨੀਅਤ ਦਾ ਸਾਥ ਦੇਣਾ ਹੁੰਦਾ, ਚੰਗੀਆਂ ਕਦਰਾਂ ਕੀਮਤਾਂ ਦਾ ਸਾਥ ਦੇਣਾ ਹੁੰਦਾ ਹੈ। ਵੈਸੇ ਵੀ ਸਕੂਲਾਂ ਕਾਲਜਾਂ ਦੇ ਵਿੱਚ ਤੁਸੀਂ ਵੇਖੋ, ਸੰਗੀਤ ਸਿਲੇਬਸ ਦਾ ਹਿੱਸਾ ਹੈ, ਫਾਈਨ ਆਰਟ ਸਿਲੇਬਸ ਦਾ ਹਿੱਸਾ ਹੈ, ਨ੍ਰਿਤ ਵੀ ਸਿਲੇਬਸ ਦੇ ਵਿੱਚ ਹੈਗਾ ਹੈ ਨਾ। ਉਹਦੀ MA ਵੀ ਹੁੰਦੀ ਹੈ, ਉਹ BA ਦੇ ਵਿੱਚ ਵੀ ਲੱਗਾ ਹੁੰਦਾ ਹੈ, ਨ੍ਰਿਤ ਵੀ, ਸੰਗੀਤ ਵੀ, ਫਾਈਨ ਆਰਟ ਵੀ। ਤੇ ਰੰਗਮੰਚ ਕਿਉਂ ਨਹੀਂ? ਇਹ ਬੜੇ ਵੱਡਾ ਸਵਾਲ ਹੈ ਕਿ ਰੰਗਮੰਚ ਕਿਉਂ ਨਹੀਂ? ਇਹ ਸਿਲੇਬਸ ਬਣਾਉਣ ਵਾਲੇ ਲੋਕ ਜਿਹੜੇ ਨੇ ਸਰਕਾਰਾਂ 'ਚ ਬੈਠੇ ਹੋਏ ਨੇ, ਉਹਨਾਂ ਨੂੰ ਸਗੋਂ ਰੰਗਮੰਚ ਨੂੰ ਪਹਿਲ ਦੇਣੀ ਚਾਹੀਦੀ, ਕਿਉਂਕਿ ਰੰਗਮੰਚ ਦੇ ਵਿੱਚ ਮੈਂ ਸਮਝਦਾ ਕਿ ਸਾਰੀਆਂ ਕਲਾਵਾਂ ਆ ਕੇ ਰੰਗਮੰਚ ਦੇ ਵਿੱਚ ਮਿਲ ਜਾਂਦੀਆਂ ਨੇ। ਰੰਗਮੰਚ ਦੇ ਅੰਦਰ ਨ੍ਰਿਤ ਵੀ ਹੁੰਦਾ ਹੈ, ਸੰਗੀਤ ਵੀ ਹੁੰਦਾ ਹੈ, ਲਿਟਰੇਚਰ ਵੀ ਹੁੰਦਾ ਹੈ, ਨਾਟਕ ਵੀ ਹੁੰਦਾ, ਪੇਂਟਿੰਗ ਵੀ ਹੁੰਦੀ ਹੈ, ਵਿਜ਼ੂਅਲ ਵੀ ਹੁੰਦੇ ਨੇ। ਸੋ ਰੰਗਮੰਚ ਬਹੁਤ ਵੱਡੀ ਵਿਧਾ ਆ। ਔਰ ਜਦੋਂ ਤੱਕ ਮੈਂ ਸਮਝਦਾ ਜੇਕਰ ਅਸੀਂ ਚੰਗਾ ਸਮਾਜ ਸਿਰਜਣਾ ਤਾਂ ਸਾਨੂੰ ਰੰਗਮੰਚ ਦੀ ਲੋੜ ਪੈਣੀ ਹੈ। ਰੰਗਮੰਚ ਤੋਂ ਬਗੈਰ ਤੁਸੀਂ ਚੰਗੇ ਸਮਾਜ ਦੇ ਸੁਪਨੇ ਨਹੀਂ ਲੈ ਸਕਦੇ। ਔਰ ਰੰਗਮੰਚ ਜਿਹੜਾ ਵਾ, ਉਹ ਮੈਂ ਸਮਝਦਾ ਕਿ ਕਈ ਵਾਰੀ ਤੁਹਾਡੇ ਗੁੱਸੇ, ਗਿਲੇ, ਤੁਹਾਡੀਆਂ ਭਾਵਨਾਵਾਂ ਨੂੰ ਇੰਨੇ ਪ੍ਰਬਲ ਤਰੀਕੇ ਦੇ ਨਾਲ, ਇੰਨੇ ਜ਼ੋਰਦਾਰ ਤਰੀਕੇ ਦੇ ਨਾਲ ਸਟੇਜ ਦੇ ਉੱਤੇ ਕੱਢ ਦਿੰਦਾ ਹੈ ਕਿ ਉਹ ਗੁੱਸਾ, ਗਿਲਾ ਜਿਹੜਾ ਤੁਸੀਂ ਬਾਅਦ 'ਚ ਆਪਣੇ ਦੋਸਤਾਂ ਦੇ ਵਿੱਚ ਨਹੀਂ ਕੱਢੋਗੇ, ਉੱਥੇ ਹੀ ਨਿਕਲ ਜਾਏਗਾ ਸਾਰਾ ਕੁਝ। ਸੋ ਇਹ ਬੜਾ ਜ਼ਰੂਰੀ ਹੈ। ਰੰਗਮੰਚ ਜਿਹੜਾ ਤੁਹਾਨੂੰ ਜ਼ਾਤ ਪਾਤ ਤੋਂ ਉੱਪਰ ਉਠਾਉਂਦਾ ਵਾ, ਉਹ ਰੰਗ, ਭੇਦ, ਨਸਲ ਤੋਂ ਤੁਹਾਨੂੰ ਉੱਪਰ ਉਠਾਉਂਦਾ। ਉਹ ਇਸ ਵੇਲੇ ਦੁਨੀਆ ਭਰ ਦੇ ਵਿੱਚ ਨਸ਼ਿਆਂ ਨੇ ਆਪਣੀ ਇੱਕ ਥਾਂ ਬਣਾਈ ਹੋਈ ਆ, ਪਰ ਜੇਕਰ ਕਿਧਰੇ ਕੁਝ ਲੋਕ ਬਚੇ ਹੋਏ ਨੇ ਨਸ਼ਿਆਂ ਤੋਂ, ਖਾਸ ਤੌਰ ਤੇ ਜਿਹੜੇ ਗੰਦੇ ਨਸ਼ੇ ਹੋਣ ਆ ਗਏ ਸਮਾਜ ਵਿੱਚ, ਤੇ ਉਹ ਲੋਕ ਨੇ ਜਿਹੜੇ ਰੰਗਮੰਚ ਕਰਦੇ ਨੇ, ਜਿਹੜੇ ਰੰਗਮੰਚ ਦੇ ਐਕਟਰ ਨੇ। ਹਿੰਦੁਸਤਾਨ ਦੇ ਵਿੱਚ ਲਗਭਗ 2 ਲੱਖ ਨਾਟਕ ਮੰਡਲੀਆਂ ਨੇ, 2 ਲੱਖ ਤੋਂ ਵੱਧ ਹੀ ਹੋਣਗੀਆਂ। ਔਰ ਉਹਨਾਂ ਦੇ ਤੁਸੀਂ ਅੰਦਾਜ਼ਾ ਲਾ ਲਓ ਕਿ ਇੱਕ ਜੇ ਰੰਗਮੰਚ ਮੰਡਲੀ ਦੇ ਨਾਲ 50 ਜਾਂ 100 ਕਲਾਕਾਰ ਜੁੜਿਆ ਹੋਇਆ, ਤੇ ਉਹ ਕਿੰਨੇ ਲੱਖ ਲੋਕ ਜਿਹੜੇ ਆ ਉਹ ਜਿਹੜੇ ਨਸ਼ੇ ਕਰਨ ਤੋਂ ਬਚ ਗਏ। ਸੋ ਰੰਗਮੰਚ ਨੇ ਏਦਾਂ ਦੇਣਾ ਹੁੰਦਾ। ਬਹੁਤ ਵਧੀਆ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਛੋਟੀ ਜੀ। ਮੈਂ ਨਸ਼ਿਆਂ ਦੇ ਖਿਲਾਫ ਇੱਥੇ ਹੀ ਜਦੋਂ ਅਸੀਂ ਚਬਾਲ ਰੋਡ ਤੇ ਜਾਈਏ, ਇੱਥੇ ਇੱਕ ਪਿੰਡ ਹੈ, ਮੈਂ ਉੱਥੇ ਰਾਤ ਨੂੰ ਨਾਟਕ ਕਰਕੇ ਹਟਿਆ ਤੇ ਇੱਕ ਬਜ਼ੁਰਗ ਆ ਕੇ ਮੇਰੇ ਕੋਲ ਖੜ ਗਏ। ਨਾਟਕ ਖਤਮ ਹੋਣ ਤੋਂ ਬਾਅਦ ਮੇਰੀ ਬਾਂਹ ਫੜ ਕੇ ਕਹਿੰਦੇ ਪੁੱਤ, ਜੇ ਤੂੰ ਇਹ ਨਾਟਕ 15 ਦਿਨ ਪਹਿਲਾਂ ਕਰ ਦਿੰਦਾ ਤਾਂ ਮੇਰਾ ਮੁੰਡਾ ਨਹੀਂ ਸੀ ਮਰਨਾ। ਵਾਹ ਜੀ, ਕੀ ਬਾਤ। ਰੰਗਮੰਚ ਤੁਹਾਡੇ ਏਦਾਂ ਦਿਲਾਂ ਤੇ ਦਸਤਕ ਦਿੰਦਾ, ਰੰਗਮੰਚ ਤੁਹਾਡੀ ਏਦਾਂ ਦੁੱਖ ਦੀ ਰਗ ਦੇ ਉੱਤੇ ਹੱਥ ਧਰਦਾ ਕਿ ਹਾਂ ਵੀ ਤੁਸੀਂ ਆਹ ਸੁਨੇਹਾ ਦੇਣਾ ਤੇ ਲੋਕਾਂ ਨੇ ਏਦਾਂ ਰਿਸੀਵ ਕਰਨਾ। ਤੁਸੀਂ ਜਿਹੜੀ ਗੱਲ ਆਪਣੇ ਦਿਲ ਤੋਂ ਬੋਲਦੇ ਹੋ, ਕਿਉਂਕਿ ਇਹ ਲਾਈਵ ਹੈ, ਜ਼ਿੰਦਾ ਕਲਾ ਹੈ, ਤੇ ਸਾਹਮਣੇ ਬੈਠੇ ਦੇ ਦਿਲ ਤੱਕ ਉਹ ਗੱਲ ਪਹੁੰਚਦੀ ਹੈ। ਸੋ ਇਹ ਦਿਲਾਂ ਤੋਂ ਦਿਲਾਂ ਤੱਕ ਗੱਲ ਪਹੁੰਚਣ ਦਾ ਇੱਕ ਜਿਹੜਾ ਰੰਗਮੰਚ, ਉਹ ਸਫਰ ਹੈ। ਮੈਂ ਕੁਝ ਤੁਹਾਨੂੰ ਜ਼ਿੰਦਗੀ ਭਰ ਬੜੇ ਅਣਗਿਣਤ ਮਾਣ ਸਨਮਾਨ ਮਿਲੇ, ਉਹ ਤੇ ਮਿਲੇ, ਪਰ ਇੱਕ ਜਿਹੜਾ ਸਭ ਤੋਂ ਵੱਡਾ ਸਨਮਾਨ ਮੈਂ ਸਮਝਦਾ ਜਦੋਂ ਤੁਸੀਂ ਪੰਜਾਬ ਤੋਂ ਦੂਜੀਆਂ ਸਟੇਟਾਂ 'ਚ ਜਾਂਦੇ ਹੋ ਜਾਂ ਦੂਜੇ ਵਿਦੇਸ਼ਾਂ 'ਚ ਜਾਂਦੇ ਹੋ, ਤੇ ਉੱਥੇ ਲੋਕ ਜਾਂਦੇ ਆ ਤੁਹਾਨੂੰ ਜਦੋਂ ਪਹਿਚਾਣਦੇ ਨੇ ਕਿ ਤੁਸੀਂ ਕੇਵਲ ਧਾਲੀਵਾਲ ਹੋ, ਤੇ ਇਹ ਸਨਮਾਨ ਤੁਹਾਨੂੰ ਕਿਹੋ ਜਿਹਾ ਲੱਗਦਾ? ਬਹੁਤ ਵੱਡੀ ਗੱਲ ਹੁੰਦੀ ਹੈ ਕਿ ਮੈਂ ਸ਼ਾਇਦ ਉਸ ਇੱਕੋ ਇੱਕ ਇਹੋ ਜਿਹਾ ਨਿਰਦੇਸ਼ਕ ਹਾਂ ਕਿ ਜਿਹਨੇ ਹਿੰਦੁਸਤਾਨ ਦੀ ਮੈਂ ਹਰ ਸਟੇਟ ਵਿੱਚ ਪਰਫਾਰਮੈਂਸ ਦਿੱਤੀ ਹੈ। ਹਰ ਸਟੇਟ 'ਚ ਮੈਂ ਜਾਂਦਾ ਹਾਂ। ਔਰ ਵੱਡੀ ਗੱਲ ਹੈ ਕਿ ਨਾਟਕ ਮੈਂ ਪੰਜਾਬੀ 'ਚ ਕਰਦਾ, ਮੈਂ ਕਦੀ ਹਿੰਦੀ ਵਿੱਚ ਨਾਟਕ ਨਹੀਂ ਕਰਦਾ,
ਕਿਉਂਕਿ ਰੰਗਮੰਚ ਇਹੋ ਜਿਹੀ ਵਿਧਾ ਹੈ ਕਿ ਜਿਹਦੇ ਵਿੱਚ ਜਿਹੜੀ ਭਾਸ਼ਾ ਕੋਈ ਬ੍ਰੇਕ ਨਹੀਂ ਬਣਦੀ, ਕੋਈ ਦੀਵਾਰ ਨਹੀਂ ਬਣਦੀ। ਸੋ ਇਹ ਰੰਗਮੰਚ ਇਸ ਲਈ ਵੀ ਜ਼ਰੂਰੀ ਹੈ ਕਿ ਜਿਹੜੀਆਂ ਤੁਹਾਡੀਆਂ ਦੀਵਾਰਾਂ ਨੇ ਭਾਸ਼ਾਵਾਂ ਦੀਆਂ, ਉਹ ਤੋੜਦਾ ਵਾ। ਸੋ ਰੰਗਮੰਚ ਕਰਦਿਆਂ ਮੈਨੂੰ ਬੜੇ ਹੀ ਮਾਨ ਸਨਮਾਨ ਮਿਲੇ। ਤੁਸੀਂ ਜਿਨ੍ਹਾਂ ਦਾ ਜ਼ਿਕਰ ਕੀਤਾ, ਹਬੀਬ ਤਨਵੀਰ ਹੋਰਾਂ ਦੇ ਨਾਮ ਦੇ ਉੱਤੇ ਇੱਕ ਨੈਸ਼ਨਲ ਅਵਾਰਡ ਜਿਹੜਾ ਹਰਿਆਣਾ ਗਵਰਨਮੈਂਟ ਵੱਲੋਂ ਦਿੱਤਾ ਜਾਂਦਾ, ਉਹ ਵੀ ਮੈਨੂੰ ਮਿਲਿਆ। ਮੈਨੂੰ ਨੈਸ਼ਨਲ ਸਕੂਲ ਆਫ ਡਰਾਮਾ ਨੇ ਮਨੋਹਰ ਸਿੰਘ ਪੁਰਸਕਾਰ ਵੀ ਦਿੱਤਾ। ਮਨੋਹਰ ਸਿੰਘ ਹਿੰਦੁਸਤਾਨ ਦਾ ਬਹੁਤ ਵੱਡਾ ਅਦਾਕਾਰ ਹੋਇਆ। ਸੋ ਉਹਦੇ ਨਾਮ ਦਾ ਜਦੋਂ ਉਹਨਾਂ ਅਵਾਰਡ ਸ਼ੁਰੂ ਕੀਤਾ ਤੇ ਉਹਨਾਂ ਨੇ ਮੇਰੀ ਚੋਣ ਕੀਤੀ। ਨੈਸ਼ਨਲ ਸਕੂਲ ਆਫ ਡਰਾਮਾ ਵੱਲੋਂ ਇਹ ਸਨਮਾਨ ਮਿਲਣਾ, ਸੰਗੀਤ ਨਾਟਕ ਅਕੈਡਮੀ ਵੱਲੋਂ ਮੈਨੂੰ ਰਾਸ਼ਟਰਪਤੀ ਅਵਾਰਡ ਮਿਲਣਾ, ਸੋ ਇਹ ਆਪਣੇ ਆਪ ਦੇ ਵਿੱਚ ਵੱਡੀਆਂ ਗੱਲਾਂ ਸੀਗੀਆਂ। ਪਰ ਇਹ ਸ਼ਾਇਦ ਮੈਂ ਸਮਝਦਾ ਨਾ ਕਿ ਜਿਹੜੇ ਮਾਨ ਸਨਮਾਨ ਨੇ, ਇਹਨਾਂ ਨੇ ਮੇਰੀ ਜ਼ਿੰਮੇਵਾਰੀ ਬਹੁਤ ਵਧਾਈ ਹੈ। ਇਹ ਮੈਨੂੰ ਰੁਕਣ ਹੀ ਨਹੀਂ ਦਿੰਦੇ। ਮੈਨੂੰ ਕਹਿੰਦੇ ਨੇ ਹਾਂ ਯਾਰ ਤੈਨੂੰ ਮਿਲ ਗਿਆ ਵਾ, ਤੂੰ ਹੋਰ ਅੱਗੇ ਤੁਰ। ਸੋ ਮੈਂ ਸਨਮਾਨ ਲੈ ਕੇ ਕਦੀ ਘਰ ਨਹੀਂ ਬੈਠਾ, ਮੈਂ ਬਸ ਤੁਰਦਾ ਰਿਹਾ ਤੇ ਰੰਗਮੰਚ ਜਿਹੜਾ ਇਹ ਤੁਰੇ ਰਹਿਣ ਦਾ ਹੀ ਸਫ਼ਰ ਹੈ। ਕੇਵਲ ਜੀ, ਜਿਹੜੀਆਂ ਤੁਸੀਂ ਨੈਸ਼ਨਲ ਤੇ ਇੰਟਰਨੈਸ਼ਨਲ ਵਰਕਸ਼ਾਪ ਕੀਤੀਆਂ, ਤੇ ਹਰ ਸਾਲ ਤੁਸੀਂ ਨੈਸ਼ਨਲ ਫੈਸਟੀਵਲ ਕਰਾਉਂਦੇ ਹੋ, ਅਨੁਵਾਦ ਕੀਤੇ, ਆਪਣੇ ਨਾਟਕ ਲਿਖੇ, 6000 ਤੋਂ ਵੱਧ ਜਿਹੜੇ ਮੰਚਨ ਕੀਤੇ ਤੁਸੀਂ, 250 ਦੇ ਕਰੀਬ ਤੁਸੀਂ ਨਾਟਕ ਡਾਇਰੈਕਟ ਕੀਤੇ ਨੇ। ਹਾਂਜੀ, ਫੁੱਲ ਨਾਟਕ ਜਿਹੜੇ ਪੂਰੇ ਨਾਟਕ, ਬਿਲਕੁਲ 150 ਦੇ ਕਰੀਬ ਤੁਸੀਂ ਨਾਟਕਾਂ ਦੇ ਵਿੱਚ ਅਦਾਕਾਰੀਆਂ ਕੀਤੀਆਂ। ਇਹ ਜਿੰਨਾ ਵੀ ਕੰਮ ਹੈ, ਜੇ ਆਪਾਂ ਜੋੜ ਲਈਏ, ਸਾਰੇ ਦਾ ਸਾਰਾ ਇਕੱਠਾ ਕਰ ਲਈਏ, ਇਹਦੀ ਟਾਈਮਿੰਗ, ਕਿੰਨਾ ਟਾਈਮ ਲੱਗਿਆ ਹੋਏਗਾ। ਮੇਰਾ ਖਿਆਲ ਹੈ ਕਿ ਇੰਨਾ ਕੰਮ ਕਰਨ ਵਾਸਤੇ ਇੱਕ ਪੂਰੀ ਜ਼ਿੰਦਗੀ ਕਾਫੀ ਨਹੀਂ ਹੈ। ਤੇ ਇੱਕ ਚਮਤਕਾਰ ਲੱਗਦਾ ਮੈਨੂੰ, ਇਹ ਸਾਰਾ ਕੰਮ ਤੁਸੀਂ ਆਪਣੇ ਛੋਟੇ ਜਿਹੇ ਲਾਈਫ ਸਪੈਨ ਦੇ ਵਿੱਚ ਕੀਤਾ, ਤੇ ਜੇ ਹੋਰ ਵੀ ਕਰਨਾ ਹੈ ਤੇ ਤੁਸੀਂ ਇਹ ਸਾਰਾ ਕੁਝ ਆਪਣੇ ਦਿਨਚਰਿਆ ਨੂੰ ਕਿਵੇਂ ਮੈਨੇਜ ਕਰਦੇ ਹੋ? ਐਕਚੁਅਲੀ ਮੈਂ ਨਾ ਜਦੋਂ ਸਕੂਲ ਟਾਈਮ 'ਚ ਨਾਟਕ ਕੀਤੇ, ਫਿਰ ਮੈਂ ਕਾਲਜ ਆ ਗਿਆ, ਖਾਲਸਾ ਕਾਲਜ ਪੜ੍ਹਨ ਲੱਗ ਪਿਆ। ਉੱਥੇ ਵੀ ਅਸੀਂ ਯੂਥ ਫੈਸਟੀਵਲ ਕਰਦੇ ਸੀਗੇ। ਫਿਰ ਗੁਰਸ਼ਰਨ ਭਾਜੀ ਦੇ ਨਾਲ ਮੈਂ 78 'ਚ ਗੁਰਸ਼ਰਨ ਭਾਜੀ ਕੋਲ ਆ ਗਿਆ ਸੀ, ਤੇ ਗੁਰਸ਼ਰਨ ਭਾਜੀ ਕੋਲੋਂ ਮੈਂ ਡਿਸਿਪਲਿਨ ਬਹੁਤ ਸਿੱਖਿਆ। ਉਹਨਾਂ ਕੋਲ ਜਿਹੜੀ ਮੈਂ ਕਮਿਟਮੈਂਟ ਸਿੱਖੀ ਵੀ ਰੰਗਮੰਚ ਦੇ ਨਾਲ ਕਮਿਟਮੈਂਟ ਹੁੰਦੀ ਕੀ ਚੀਜ਼ ਹੈ, ਤੇ ਤੁਸੀਂ ਕਿੰਨਾ ਲੋਕਾਂ ਲਈ ਨਾਟਕ ਕਰਨਾ। ਵੀ ਜੇ ਨਾਟਕ ਕਰਨਾ ਹੀ ਹੈ ਤਾਂ ਤੁਸੀਂ ਆਪਣੇ ਆਪ ਨੂੰ ਸਵਾਲ ਕਰੋ ਕਿ ਮੈਂ ਨਾਟਕ ਕਰਨਾ ਕਿਉਂ ਆ, ਕਿਹਦੇ ਲਈ ਕਰਨਾ, ਕਿੰਨਾ ਲੋਕਾਂ ਦੇ ਸਾਹਮਣੇ ਕਰਨਾ। ਸੋ ਇਹ ਚੀਜ਼ਾਂ ਮੇਰੇ ਸਾਹਮਣੇ ਬੜੀਆਂ ਕਲੀਅਰ ਸੀ। ਫਿਰ ਮੈਂ 4 ਸਾਲ ਮੈਂ ਐਜ਼ ਏ ਟੀਚਰ ਜੌਬ ਵੀ ਕਰਦਾ ਰਿਹਾ, ਥੀਏਟਰ ਵੀ ਕਰਦਾ ਰਿਹਾ। ਉਹ ਸਮਾਂ ਬੜਾ ਔਖਾ ਸੀਗਾ, ਪੰਜਾਬ ਦੇ ਕਾਲੇ ਦਿਨਾਂ ਦਾ ਦੌਰ ਸੀਗਾ। 78 ਤੋਂ ਲੈ ਕੇ ਤੇ 88 ਤੱਕ ਮੈਂ ਬਾਅਦ ਵਿੱਚ ਜਦੋਂ ਉਹ 4 ਸਾਲ ਮੈਂ ਵਿੱਚ ਜੌਬ ਵੀ ਕਰਦਾ ਰਿਹਾ, ਨਾਟਕ ਵੀ ਕਰਦਾ ਰਿਹਾ। ਫਿਰ ਮੈਨੂੰ ਲੱਗਾ ਵੀ ਨਹੀਂ, ਮੈਂ ਨੌਕਰੀ ਕਰਨ ਲਈ ਤਾਂ ਬਣਿਆ ਹੀ ਨਹੀਂ ਹੈ ਨਾ, ਵੀ ਮੇਰਾ ਤਾਂ ਕ੍ਰੀਏਟਿਵ ਐਕਸਪ੍ਰੈਸ਼ਨ ਜਿਹੜਾ ਉਹ ਤਾਂ ਰੁਕਦਾ ਪਿਆ ਵਾ। ਮੈਂ ਫਿਰ ਨੌਕਰੀ ਛੱਡ ਦਿੱਤੀ। ਉਦੋਂ ਮੇਰੀ ਹਾਲਾਂਕਿ ਪਰਮਾਨੈਂਟ ਜੌਬ ਸੀਗੀ। ਫਿਰ ਮੈਨੂੰ ਲੱਗਾ ਕਿ ਨਹੀਂ, ਮੈਂ ਹੋਰ ਟ੍ਰੇਨਿੰਗ ਲਵਾਂ। ਵੀ ਗੁਰਸ਼ਰਨ ਭਾਜੀ ਕੋਲ ਮੈਂ 10 ਸਾਲ ਟ੍ਰੇਨਿੰਗ ਲਈ। ਫਿਰ ਮੈਨੂੰ ਲੱਗਾ ਵੀ ਮੈਂ ਨੈਸ਼ਨਲ ਲੈਵਲ ਤੇ ਏਸ਼ੀਆ ਦਾ ਸਭ ਤੋਂ ਵੱਡਾ ਥੀਏਟਰ ਇੰਸਟੀਚਿਊਟ ਜਿਹੜਾ ਕਿ ਨੈਸ਼ਨਲ ਸਕੂਲ ਆਫ ਡਰਾਮਾ, ਤੇ ਮੈਂ ਫਿਰ ਉੱਥੇ ਐਡਮਿਸ਼ਨ ਲਈ। ਤੇ ਕੁਦਰਤੀ ਮੇਰੀ ਪਹਿਲੀ ਅਟੈਂਪਟ ਦੇ ਵਿੱਚ ਮੇਰੀ ਸਿਲੈਕਸ਼ਨ ਹੋ ਗਈ, ਜਦੋਂ ਕਿ ਪੂਰੇ ਹਿੰਦੁਸਤਾਨ ਦੇ ਵਿੱਚੋਂ ਸਿਰਫ 20 ਜਣੇ ਚੁਣਦੇ ਆ, ਤੇ ਉਦੋਂ 4000 ਸਟੂਡੈਂਟ ਸੀ, ਜਿਸ ਚੋਂ 20 ਜਣੇ ਚੁਣੇ ਗਏ। ਔਰ ਮੇਰੇ ਨਾਲ ਉਹਨਾਂ ਸਮਿਆਂ 'ਚ ਹੁਣ ਮਨੋਜ ਬਾਜਪਾਈ ਵੱਡਾ ਐਕਟਰ ਹੈ, ਤੇ ਉਹਨੇ ਵੀ ਉਦੋਂ ਇੰਟਰਵਿਊ ਦਿੱਤੀ ਸੀ ਉਹਦੇ ਵਿੱਚ। ਸੋ ਉਹ 88 ਦੇ ਵਿੱਚ ਮੈਂ ਫਿਰ 3 ਸਾਲ ਉੱਥੇ ਮੈਂ ਸਪੈਸ਼ਲਾਈਜੇਸ਼ਨ ਜਿਹੜੀ ਸੀ ਉਹ ਡਾਇਰੈਕਸ਼ਨ ਵਿੱਚ ਕੀਤੀ। ਫਿਰ ਮੈਂ ਮੁੜ ਕੇ ਕੁਝ ਹੋਰ ਸਿੱਖਣ ਵਾਸਤੇ ਮੈਂ ਬੰਗਲਾਦੇਸ਼ ਚਲਾ ਗਿਆ 1 ਮਹੀਨੇ ਵਾਸਤੇ ਲਈ। ਮੈਂ ਮਨੀਪੁਰ ਚਲਾ ਗਿਆ ਉੱਥੋਂ ਦਾ ਮਾਰਸ਼ਲ ਆਰਟ ਸਿੱਖਣ ਲਈ। ਮੈਂ ਮਿਊਜ਼ਿਕ, ਥੀਏਟਰ ਮਿਊਜ਼ਿਕ ਸਿੱਖਣ ਲਈ ਮੈਂ ਕਰਨਾਟਕ ਚਲਾ ਗਿਆ ਬੀਵੀ ਕਾਰਨ ਦੇ ਕੋਲ। ਤੇ ਸੋ ਇਦਾਂ ਦੀਆਂ ਮੈਂ ਨਾ ਟ੍ਰੇਨਿੰਗ ਲੈਂਦਾ ਰਿਹਾ ਕਿ ਮੈਂ ਆਪਣਾ ਹੋਰ ਪੱਕ ਜਾਵਾਂ, ਫਿਰ ਜਾ ਕੇ ਕਰਾਂ। ਫਿਰ ਮੈਂ ਕਲਕੱਤੇ ਚਲੇ ਗਿਆ ਬਾਦਲ ਸਰਕਾਰ ਦੇ ਕੋਲ। ਬਾਦਲ ਸਰਕਾਰ ਵੱਡਾ ਨਾਟਕਕਾਰ ਜਿਹਨੇ 3rd ਥੀਏਟਰ ਦਾ ਕਨਸੈਪਟ ਦਿੱਤਾ, ਜਿਹਦੇ ਵਿੱਚ ਬਾਡੀ ਜਿਹੜੀ ਹੈ ਬਹੁਤ ਇੰਪੋਰਟੈਂਟ ਹੈ, ਭਾਸ਼ਾ ਤੋਂ ਵੀ ਉੱਪਰ। ਸੋ ਮੈਂ ਉਹਦਾ ਥੀਏਟਰ ਦੇਖਿਆ, ਅਬਜ਼ਰਵ ਕੀਤਾ, ਉਹਦੇ ਕੋਲ ਰਿਹਾ। ਸੋ ਇਦਾਂ ਦੀਆਂ ਚੀਜ਼ਾਂ ਮੈਂ ਸਿੱਖਦਿਆਂ ਫਿਰ ਮੈਂ 1991 ਵਿੱਚ ਵਾਪਸ ਆ ਕੇ ਫਿਰ ਮੈਂ ਇਹ ਥੀਏਟਰ ਗਰੁੱਪ ਬਣਾਇਆ, ਮੰਚ ਰੰਗਮੰਚ ਜਿਹੜਾ। ਤੇ ਤੁਹਾਡੀ ਸਫਲਤਾ ਦੇ ਵਿੱਚ ਲਗਾਤਾਰਤਾ, ਬਿਲਕੁਲ ਕਮਿਟਮੈਂਟ, ਤੇ ਜਿੱਥੋਂ ਤੱਕ ਮੇਰਾ ਖਿਆਲ ਹੈ ਕਿ ਘੁਮਕੜੀ ਦਾ ਬਿਲਕੁਲ ਬੜਾ ਵੱਡਾ ਰੋਲ ਹੈ। ਸੋ ਇਸ ਲਈ ਮੈਂ
ਫਿਰ ਮੈਂ ਡਿਸੀਜਨ ਲੈ ਕੇ ਮੈਂ ਫੁੱਲ ਟਾਈਮ ਥੀਏਟਰ ਹੀ ਕਰਨਾ, ਔਰ ਕੁਝ ਨਹੀਂ ਕਰਨਾ, ਤੇ ਥੀਏਟਰ ਹੀ ਕਰਾਂਗਾ। ਹਾਲੇ ਕਿ ਬੜਾ ਵੱਡਾ ਰਿਸਕ ਸੀਗਾ ਇਹ ਕਿ, ਪਰ ਮੈਨੂੰ ਆਪਣੇ ਆਪ ਤੇ ਥੋੜਾ ਜਿਹਾ ਯਕੀਨ ਸੀਗਾ, ਤੇ ਫਿਰ ਅਸੀਂ ਬਸ ਮੈਂ ਘਰ ਅਲੱਗ ਰੱਖਿਆ, ਥੀਏਟਰ ਗਰੁੱਪ ਅਲੱਗ ਰੱਖਿਆ। ਮੈਂ ਘਰੋਂ ਕਦੀ ਥੀਏਟਰ ਨਹੀਂ ਚਲਾਇਆ, ਮੈਂ ਇਸ ਲਈ ਆਪਣਾ ਮੰਚ ਰੰਗਮੰਚ ਬਣਾਇਆ। ਇਹ ਰੰਗਮੰਚ ਭਵਨ ਬਣਾਇਆ ਜਿੱਥੇ ਤੁਸੀਂ ਬੈਠੇ ਹੋਏ ਹੋ, ਇਹ ਮੇਰੀ ਆਪਣੀ ਜਗ੍ਹਾ ਹੈ। ਇਹ ਰੰਗਮੰਚ ਲਈ ਮੈਂ ਖਰੀਦੀ ਜਗ੍ਹਾ। ਕਿਸੇ ਨਾਟਕ ਦੀ ਤਿਆਰੀ ਕਰਦੇ ਆ, ਰਿਹਰਸਲ ਕਰਦੇ ਆ, ਕਦੀ ਲੱਗਿਆ ਕਿ ਤੁਸੀਂ ਅੱਕ ਗਏ ਹੋ ਜਾਂ ਮੇਰਾ ਨਹੀਂ ਦਿਲ ਕਰਦਾ ਕਰਨ ਨੂੰ, ਇਹ ਬਹੁਤ ਹੋ ਚੁੱਕਾ ਹੁਣ, ਇਟਸ ਇਨਫ? ਆਦੇ ਕਈ ਵਾਰੀ ਐਕਚੁਅਲੀ ਰੰਗਮੰਚ ਇਦਾਂ ਦੀ ਚੀਜ਼ ਹੈ ਨਾ ਕਿ ਜੋ ਤੁਸੀਂ ਅੱਜ ਸ਼ੋਅ ਕਰਦੇ ਹੋ ਤੇ ਜਿਹੜਾ ਕੱਲ ਸ਼ੋਅ ਕਰਨਾ ਉਸੇ ਨਾਟਕ ਦਾ, ਉਹ ਉਦਾਂ ਦਾ ਹੋਣਾ ਨਹੀਂ ਹੈ। ਉਹ ਜਾਂ ਤਾਂ ਬਹੁਤ ਵਧੀਆ ਹੋ ਜਾਏਗਾ, ਜਾਂ ਬਹੁਤ ਮਾੜਾ ਹੋ ਜਾਏਗਾ, ਜਾਂ ਥੋੜਾ ਜਿਹਾ ਚੰਗਾ ਹੋ ਜਾਏਗਾ, ਥੋੜਾ ਜਿਹਾ ਮਾੜਾ ਹੋ ਜਾਏਗਾ। ਸੋ ਹਰ ਸਟੇਜ ਦੇ ਉੱਤੇ ਰੋਜ਼ ਇੱਕ ਚੈਲੰਜ ਹੁੰਦਾ ਹੈ, ਐਕਟਰਾਂ ਨੂੰ ਨਾਲ ਲੈ ਕੇ ਚੱਲਣਾ। ਬਿਲਕੁਲ। ਹੁਣ ਤੱਕ ਮੇਰੇ ਕੋਲ ਲਗਭਗ 4-5 ਹਜ਼ਾਰ ਐਕਟਰ ਜਿਹੜੇ ਆ ਪਿਛਲੇ 30 ਸਾਲਾਂ ਦੇ ਵਿੱਚ ਜਿਹੜੇ ਕਿ ਆਏ, ਤੇ ਉਹਨਾਂ ਨੇ ਹੁਣ ਵੱਡੇ ਮੁਕਾਮ ਵੀ ਬਣਾਏ ਨੇ, ਜਿਨ੍ਹਾਂ ਦੇ ਵਿੱਚ ਵੱਡੇ ਵੱਡੇ ਐਕਟਰ ਨੇ ਤੇ ਸਾਰੇ। ਸੋ ਉਹ ਆਪਣੇ ਕਹਿ ਲਓ ਕਿ ਇਹ ਸਫ਼ਰ ਇਦਾਂ ਜਾਰੀ ਰਿਹਾ। ਸ਼ੁਕਰੀਆ ਕੇਵਲ ਜੀ, ਸਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਹੀ ਖੁਸ਼ੀ ਹੋਈ, ਨਵੀਆਂ ਗੱਲਾਂ ਜਾਣੀਆਂ, ਤੁਹਾਡੀਆਂ ਨਵੀਆਂ ਡਾਈਮੈਂਸ਼ਨ ਸਾਨੂੰ ਅੱਜ ਪਤਾ ਲੱਗੀਆਂ ਨੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਸ਼ੁਕਰੀਆ। ਰਮੀਤ ਜੀ ਵਧੀਆ ਹੋ ਗਿਆ।